ਅਸੀਂ ਉਹ ਲੋਕ ਸਿਰੜੀ ਲੋਕ ਆ ਜਿਹੜੇ ਆਪਦੇ ਟੀਚਿਆਂ ਨੂੰ ਸਰ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹੁੰਨੇ ਆ। ਵਿਕਿਆ ਹੋਇਆ ਪੱਤਰਕਾਰ ਡਰੇ ਹੋਏ ਨਾਗਰਿਕ ਪੈਦਾ ਕਰਦਾ ਹੈ ਤੇ ਡਰੇ ਹੋਏ ਨਾਗਰਿਕ ਪੰਜਾਬ ਤਾਂ ਨਹੀਂ ਪੈਦਾ ਹੋਣ ਦੇਊਗਾ। ਇਹ ਮੈਨੂੰ ਲੱਗਦਾ ਜੇ ਕੋਈ ਵਿਕ ਜੂਗਾ ਤਾਂ ਪੰਜਾਬ ਉਹਨੂੰ ਬਰਦਾਸ਼ਤ ਨਹੀਂ ਕਰੂਗਾ। ਕਰਾਂ ਮੈਨੂੰ ਇੱਕ ਸਿਆਸਤਦਾਨ ਇੱਥੇ ਦੱਸੋ ਆ ਕੇ ਕੋਈ ਬੈਠਾ ਹੋਵੇ ਤਾਂ ਕੋਈ 70 ਸਾਲਾਂ 'ਚ ਚੱਜ ਦਾ ਕੰਮ ਕੀਤਾ ਹੀ ਨਹੀਂ ਕਿਸੇ ਨੇ ਤੇ ਆ ਕੇ ਇੱਥੇ ਬੈਠਦੇ ਕਿਵੇਂ? ਡਰ ਲੱਗ ਰਿਹਾ ਉਹਨਾਂ ਨੂੰ, ਉਹ ਕੰਬ ਰਹੇ ਆ ਵੀ ਅਸੀਂ ਬੈਠਾਂਗੇ ਸਾਡੇ ਕਿਤੇ ਇੱਥੇ ਜੁੱਤੀਆਂ ਨਾ ਪੈ ਜਾਣਾ ਕਿ ਸਾਡਾ ਵਿਰੋਧ ਨਾ ਹੋ ਜੇ। ਪਰ ਜਿਹੜੇ ਬਾਕੀ ਯੰਗਸਟਰਸ ਨੇ ਜਾਂ ਹੋਰ ਹੈ ਸੈਲੀਬ੍ਰਿਟੀਜ਼ ਨੇ ਉਹ ਫੇਮ ਪਾ ਕੇ ਇੰਸਟਾਗ੍ਰਾਮ ਤੇ ਫੋਟੋ ਪਾ ਕੇ ਉਹ ਚਲੇ ਜਾਂਦੇ ਨੇ। ਨੈਗੇਟਿਵਿਟੀ ਮੈਨੂੰ ਲੱਗਦਾ ਕਿ ਨਹੀਂ ਲਿਆਉਣੀ ਚਾਹੀਦੀ। ਇਹ ਮੌਤਾਂ ਉਸ ਤਖਤ ਨੂੰ ਇਹ ਦੱਸ ਰਹੀਆਂ ਕਿ ਕੱਲਾ ਕੱਲਾ ਕਿੱਲ ਤੁਹਾਡਾ ਪੱਟਿਆ ਜਾ ਰਿਹਾ ਹੈ। ਸ਼ਰਮ ਆਉਣੀ ਚਾਹੀਦੀ ਹੈ ਸਰਕਾਰਾਂ ਨੂੰ ਕਿ ਰੋਜ਼ ਇੱਕ ਬੰਦਾ ਇੱਥੇ ਮਰ ਰਿਹਾ ਹੋਵੇ ਔਰ ਉਹ ਅੱਜ ਵੀ ਇਹ ਕਹਿੰਦੀਆਂ ਫਿਰਦੀਆਂ ਹੁਣ ਵੀ ਬਿਲਸ ਚੰਗੇ ਨੇ। ਜੇ ਤੁਸੀਂ ਕਦੇ ਕਿਸੇ ਹੋਰ ਕੌਮ ਵਾਸਤੇ ਜਾਂ ਕਿਸੇ ਹੋਰ ਸੂਬੇ ਵਾਸਤੇ ਕੋਈ ਪੈਂਫਲੇਟ ਬਣਾ ਕੇ ਵੰਡਿਆ ਵੀ ਤੁਹਾਡੇ ਵਾਸਤੇ ਅਸੀਂ ਆਹ ਕੀਤਾ, ਅਸੀਂ ਵੱਖਰੇ ਥੋੜੀਆਂ ਜਿਹੜਾ ਤੁਸੀਂ ਸਾਨੂੰ ਇਹ ਮਹਿਸੂਸ ਕਰਾਉਂਦੇ ਹੋ ਵੀ ਆ ਤੁਹਾਡੇ ਵਾਸਤੇ ਬਣਾ ਕੇ ਦੇ ਰਹੇ ਹਾਂ ਤੁਸੀਂ ਵੱਖਰੇ ਹੋ। ਪਹਿਲਾਂ ਇੱਥੇ ਅਸੀਂ ਟਰਾਲੀ ਲਾਉਂਦੇ ਸੀ ਰਾਤ ਨੂੰ, ਉਹ ਟਰਾਲੀਆਂ ਲੈ ਜਾਂਦੇ ਸੀਗੇ। ਉਦੋਂ ਬਾਅਦ ਆ ਟੈਂਟ ਵੱਡਾ ਆ ਗਿਆ, ਫਿਰ ਹੋਰ ਵੱਡਾ ਹੋ ਗਿਆ, ਹੁਣ ਇਹ ਵਾਟਰਪ੍ਰੂਫ ਹੋ ਗਿਆ, ਫਿਰ ਆ ਬੈਰੀਗੇਟ ਲੱਗ ਗਏ। ਮੈਨੂੰ ਲੱਗਦਾ ਹੋਰ ਦਿਨਾਂ ਤਾਈਂ ਬੁਲਾ ਕੇ ਮਿਸਤਰੀ ਤੇ ਇੱਥੇ ਨੀਆਂ ਆਪਾਂ ਪੱਟ ਕੇ ਮੈਨੂੰ ਲੱਗਦਾ ਪਲਾਟ ਹੌਲੀ ਹੌਲੀ ਦੇ ਦੇਾਂਗੇ ਸਾਰਿਆਂ ਨੂੰ। ਤਾਂ ਪੋਜ਼ਿਟਿਵਿਟੀ ਹੈ ਨਾ ਇਹ। ਓਕੇ ਤੁਸੀਂ ਕਿ ਪਹਿਲੀ ਵਾਰ ਐਸਾ ਸੈਲਾਬ ਦੇਖਿਆ ਦਿੱਲੀ ਵੱਲ ਚੜ੍ਹਦਾ ਪੰਜਾਬ ਵੇਖਿਆ, ਦਿੱਲੀ ਵੱਲ ਚੜ੍ਹਦਾ ਪੰਜਾਬ ਵੇਖਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਤੁਹਾਡੀ ਆਪਣੀ ਰਾਧਿਕਾ ਸ਼ਰਮਾ। ਪਹੁੰਚ ਚੁੱਕੀ ਹਾਂ ਜੀ ਕੁੰਡਲੀ ਬਾਰਡਰ, ਰਾਤ ਦੇ 10 ਵਜੇ ਚੱਲੇ ਨੇ ਤੇ ਇੱਥੇ ਸਾਡੀ ਮੁਲਾਕਾਤ ਹੋਈ ਹੈ ਸਿਮਨਜੋਤ ਸਿੰਘ ਮੱਕੜ ਜੀ। ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਇੱਥੇ ਮੀਡੀਆ ਦੀ ਇਹ ਵੀ ਕਵਰੇਜ ਕਰ ਰਹੇ ਨੇ। ਸੋ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਰਾਧਿਕਾ ਜੀ, ਤੁਹਾਨੂੰ ਮਿਲ ਕੇ ਖੁਸ਼ੀ ਹੋਈ ਹੈ ਔਰ ਤੁਹਾਡੇ ਚੈਨਲ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ। ਥੈਂਕ ਯੂ ਸੋ ਮਚ ਸਰ, ਤੁਸੀਂ ਬਹੁਤ ਵਧੀਆ ਦੁਆਵਾਂ ਦਿੰਦੇ ਹੋ। ਸਰ ਕਿਵੇਂ ਦਾ ਲੱਗ ਰਿਹਾ ਇੱਥੇ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਕਰ ਰਹੇ ਹੋ ਹੈ ਨਾ, ਤੇ ਠੰਡ ਵੀ ਇੰਨੀ ਹੈ ਤਾਂ ਕਦੋਂ ਤੋਂ ਤੁਸੀਂ ਇੱਥੇ ਰਿਪੋਰਟਿੰਗ ਕਰ ਰਹੇ ਹੋ? ਦੇਖੋ ਠੰਡ ਤਾਂ ਪੰਜਾਬ ਦੇ ਹਿੱਸੇ ਨਾ ਜਿਹੜਾ ਆਹ ਦਿਨ ਆਏ ਆ, ਮਹੀਨਾ ਆਇਆ, ਅਸੀਂ ਵੈਸੇ ਵੀ ਇਹਨਾਂ ਦਿਨਾਂ 'ਚ ਫਤਿਹਗੜ੍ਹ ਸਾਹਿਬ ਦੀ ਮੁਕੱਦਸ ਧਰਤੀ ਤੇ ਹੁੰਨੇ ਆ। ਸਰਸਾ ਨਦੀ ਦਾ ਉਹ ਵਿਛੋੜਾ ਯਾਦ ਆਉਂਦਾ ਹੈ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਤੋਂ ਬਾਅਦ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਔਰ ਮਾਤਾ ਜੀ ਜਦੋਂ ਵਿਛੜਦੇ ਨੇ ਤਾਂ ਉਹ ਸਾਰਾ ਉਸ ਅਸੀਂ ਅੰਦਰ ਲੈ ਕੇ ਆਪਦੇ ਚੀਜ਼ਾਂ ਤੁਰੇ ਹੋਏ ਆ। ਸਾਨੂੰ ਗੁੜਤੀ 'ਚੋਂ ਚੀਜ਼ਾਂ ਮਿਲੀਆਂ ਨੇ। ਤਾਂ ਇਹ ਠੰਡਾਂ ਪੰਜਾਬ ਦੇ ਲੋਕਾਂ ਵਾਸਤੇ ਜਾਂ ਹਰਿਆਣੇ ਦੇ ਲੋਕਾਂ ਵਾਸਤੇ ਇਹ ਕੋਈ ਨਵੀਆਂ ਨਹੀਂ ਗਈਆਂ, ਇਹ ਰਾਤਾਂ ਕੋਈ ਪੋਹ ਦੀਆਂ ਨਵੀਆਂ ਨਹੀਂ ਗਈਆਂ। ਤਾਂ ਅਸੀਂ ਉਹ ਲੋਕ ਸਿਰੜੀ ਲੋਕ ਆ ਜਿਹੜੇ ਆਪਦੇ ਟੀਚਿਆਂ ਨੂੰ ਸਰ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹੁੰਨੇ ਆ, ਬਸ਼ਰਤੇ ਜੇ ਅਮਨ ਤੇ ਪਿਆਰ ਦੀ ਗੱਲ ਹੈ ਤਾਂ ਉਹਦੇ 'ਚ ਵੀ ਸਭ ਤੋਂ ਮੂਹਰੇ ਆ। ਤੇ ਜੇ ਕੋਈ ਦੂਜੇ ਪਾਸੋਂ ਵੀ ਟੱਕਰਨਾ ਚਾਹਵੇ ਤਾਂ ਪੰਜਾਬ ਨੇ ਹਮੇਸ਼ਾ ਦੱਸਿਆ ਸਿਆਚਿਨ ਗਲੇਸ਼ੀਅਰ ਦੇ ਉੱਤੇ ਸਭ ਤੋਂ ਵੱਧ ਪੰਜਾਬ ਦੇ ਜਿਹੜੇ ਸਾਡੇ ਨੌਜਵਾਨ ਨੇ ਫੌਜ ਦੇ ਵਿੱਚ ਜਦੋਂ ਉਹ -40 ਡਿਗਰੀ ਦੇ ਵਿੱਚ ਜੇ ਅੜੇ ਹੈ ਜਿੱਥੇ ਆਕਸੀਜਨ ਵੀ ਘਟ ਜਾਂਦੀ ਤੇ ਇਹ ਕੋਈ ਵੱਡੀ ਗੱਲ ਨਹੀਂ। ਬਾਕੀ ਮਾਹੌਲ ਦੀ ਗੱਲ ਹੈ ਤਾਂ ਤੁਸੀਂ ਦੇਖਿਆ ਹੀ ਹੈ, ਤੁਸੀਂ ਆਪ ਹੁਣੇ ਗੱਲ ਕਰ ਰਹੇ ਸੀ ਕਿ ਕੈਸਾ ਮਾਹੌਲ ਹੈ। ਮੈਨੂੰ ਲੱਗਦਾ ਕਿ ਇਤਿਹਾਸ ਸਿਰਜਿਆ ਜਾਣਾ ਨਹੀਂ, ਸਿਰਜਿਆ ਜਾ ਚੁੱਕਿਆ ਹੈ। ਤਾਂ ਐਜੀਟੇਸ਼ਨਾਂ ਦੇ ਨਾਲ ਪੰਜਾਬ ਤੇ ਸਾਡੀਆਂ ਕੌਮਾਂ ਤੁਰਦੀਆਂ ਆਈਆਂ, ਇਹ ਸਾਡੀ ਰੂਹ ਦੀ ਖੁਰਾਕ ਹੈ। ਤਾਂ ਮੈਂ ਕਹਿੰਦਾ ਕਿ ਜੇ ਇਹ ਨਾ ਹੋਵੇ ਜਾਂ ਇਹ ਸਾਨੂੰ ਸਮੇਂ ਬਾਅਦ ਕੁਝ ਦਹਾਕਿਆਂ ਬਾਅਦ ਇਹ ਦਿੱਕਤਾਂ ਨਾ ਮਿਲਣ ਤਾਂ ਅਸੀਂ ਥੋੜ੍ਹੇ ਢਿੱਲੇ ਤੇ ਕਮਜ਼ੋਰ ਪੈ ਜਾਂਦੇ ਹਾਂ। ਤਾਂ ਸਾਨੂੰ ਤਕੜਾ ਕਰਨ ਵਾਸਤੇ, ਮੁੜ ਸੁਰਜੀਤ ਕਰਨ ਵਾਸਤੇ ਐਜੀਟੇਸ਼ਨ ਆਇਆ। ਇਹ ਤਾਂ ਜਿੱਤ ਕੇ ਵੀ ਜਾਣਗੇ ਪੰਜਾਬੀ ਜਾਂ ਕਿਸਾਨ, ਇਕੱਲੇ ਪੰਜਾਬੀ ਨਹੀਂ ਸਾਰੇ ਸਮੂਹ ਕਿਸਾਨ, ਔਰ ਨਵੀਆਂ ਇਬਾਰਤਾਂ ਵੀ ਲਿਖੀਆਂ ਜਾਣਗੀਆਂ। ਸੋ ਦੱਸ ਦੇਣਾ ਚਾਹੁੰਦੀ ਹਾਂ ਜੀ, ਅੱਜ ਪੋਹ ਦੀ ਉਹ ਰਾਤ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਆਨੰਦਗੜ੍ਹ ਦੇ ਕਿਲੇ 'ਚੋਂ ਨਿਕਲ ਗਏ ਸੀ ਪੂਰੇ ਪਰਿਵਾਰ ਦੇ ਨਾਲ, ਤੇ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਕਦੇ ਵੀ ਇਕੱਠਾ ਨਹੀਂ ਹੋ ਸਕਿਆ। ਸੋ ਬਹੁਤ ਹੀ ਦਰਦਨਾਕ ਸਾਡਾ ਇਤਿਹਾਸ ਹੈ ਨਾ, ਤੇ ਲੱਗਦਾ ਇਤਿਹਾਸ ਫੇਰ ਦੁਹਰਾਇਆ ਜਾ ਰਿਹਾ। ਉਹੀ ਪੋਹ ਦੀਆਂ ਰਾਤਾਂ, ਉਹੀ ਕੋਰਾਸਰ ਚੱਲ ਰਹੇ ਨੇ ਗੁਰਾਂ ਦੇ ਸਿੱਖ ਇੱਥੇ ਹੈ ਨਾ, ਤੇ ਬਜ਼ੁਰਗ ਬੈਠੇ ਨੇ ਇੰਨੇ ਜ਼ਿਆਦਾ। ਸਰ ਮੈਂ ਇੱਕ ਹੋਰ ਗੱਲ ਨੋਟਿਸ ਕੀਤੀ ਹੈ, ਤੁਸੀਂ ਯੰਗਸਟਰਸ ਹੋ ਵੈਸੇ, ਮੈਂ ਇੱਕ ਗੱਲ ਨੋਟਿਸ ਕਰ ਰਹੀ ਹਾਂ ਇੱਥੇ, ਮੈਨੂੰ ਲੱਗਦਾ ਜਿਹੜੇ ਬਜ਼ੁਰਗ ਨੇ ਉਹ ਤਾਂ ਇੱਥੇ ਕੰਟੀਨਿਊ ਨੇ ਜਦੋਂ ਤਾਂ ਐਜੀਟੇਸ਼ਨ ਚੱਲ ਰਿਹਾ ਹੈ, ਪਰ ਜਿਹੜੇ ਬਾਕੀ ਯੰਗਸਟਰਸ ਨੇ ਜਾਂ ਹੋਰ ਹੈ ਸੈਲੀਬ੍ਰਿਟੀਜ਼ ਨੇ ਉਹ ਫੇਮ ਪਾ ਕੇ ਇੰਸਟਾਗ੍ਰਾਮ ਤੇ ਫੋਟੋ ਪਾ ਕੇ ਉਹ ਚਲੇ ਜਾਂਦੇ ਨੇ, ਆਉਂਦੇ ਨੇ ਤੇ ਚਲੇ ਜਾਂਦੇ ਨੇ। ਤੇ ਜਿਹੜੇ ਇੱਥੇ ਹਮੇਸ਼ਾ ਬੈਠੇ ਨੇ, ਡੇ 1 ਤੋਂ ਬੈਠੇ ਨੇ ਕੰਟੀਨਿਊ, ਸਰ ਕਿਆ ਉਹਨਾਂ ਦਾ ਹੀ ਫਰਜ਼ ਹੈ ਇੱਥੇ ਐਜੀਟੇਸ਼ਨ ਨੂੰ ਕੰਪਲੀਟ ਕਰਨਾ? ਬਾਕੀਆਂ ਦਾ ਫਰਜ਼ ਨਹੀਂ? ਬਾਕੀ ਫੇਮ ਪਾ ਕੇ ਬਸ ਆ ਜਾ ਰਹੇ ਨੇ। ਵਾਟ ਇਜ਼ ਦਿਸ? ਦੇਖੋ ਮੈਂ ਸਮਝਦਾ ਕਿ ਸਾਨੂੰ ਪਹਿਲੀ ਗੱਲ ਤਾਂ ਐਜੀਟੇਸ਼ਨ ਨੂੰ ਲੈ ਕੇ ਬਹੁਤ ਪੋਜ਼ਿਟਿਵ ਹੋਣ ਦੀ ਲੋੜ ਹੈ। ਹਾਂਜੀ, ਤੁਹਾਡਾ ਸਵਾਲ ਵਾਜਬ ਹੈ, ਬਟ ਮੇਰਾ ਜਿਹੜਾ ਦੇਖਣ ਦਾ ਨਜ਼ਰੀਆ ਉਹ ਵੱਖਰਾ ਹੈ। ਮੈਂ ਸਮਝਦਾ ਜੇ ਕਿਸੇ ਨੇ ਤਿਨਕਾ ਭਰ ਵੀ ਇਸ ਐਜੀਟੇਸ਼ਨ ਦੇ ਵਿੱਚ ਆਪਦਾ ਯੋਗਦਾਨ ਪਾਇਆ, ਜੇ ਕੋਈ ਚਾਹੇ ਬਾਹਰ ਬੈਠਾ ਹੋਇਆ ਸਾਡਾ ਭਰਾ ਟਵੀਟ ਵੀ ਕਰ ਰਿਹਾ ਹੈ
ਜੇ ਕੋਈ ਇੰਸਟਾ ਤੇ ਫੋਟੋ ਵੀ ਪਾ ਰਿਹਾ ਹੈ ਤਾਂ ਇਹ ਜਿਹੜੀ ਇਹ ਲੜਾਈ ਹੈ ਨਾ, ਇਹ ਇੱਕ ਐਂਡ ਤੋਂ ਨਹੀਂ, ਇਹ ਸਾਰੇ ਐਂਡਸ ਤੋਂ ਲੜੀ ਜਾਣ ਦੀ ਲੜਾਈ ਹੈ। ਜੇ ਕੇਂਦਰ ਦੇ ਵੱਲੋਂ ਕੰਗਣਾ ਰਣਾਵਤ ਜਾਂ ਪਾਇਲ ਰੌਤਗੀ ਖੜੀਆਂ ਕੀਤੀਆਂ ਗਈਆਂ ਤਾਂ ਉਹਨਾਂ ਦਾ ਟਵਿੱਟਰ ਤੇ ਫੇਸਬੁੱਕ ਤੇ ਜਵਾਬ ਦਿੱਤਾ ਗਿਆ। ਜੇ ਗਾਂ ਇੱਥੇ ਮੂਹਰੇ ਟਰੱਕ ਤੇ ਟਰਾਲੇ ਲਾ ਦਿੱਤੇ ਗਏ ਤਾਂ ਨੌਜਵਾਨਾਂ ਨੇ ਉਹ ਧੂ ਕੇ ਪਾਸੇ ਕਰਕੇ ਇੱਥੋਂ ਤਾਈਂ ਸਾਨੂੰ ਲਿਆ ਤਾ। ਜੇ ਬੁੱਧੀ ਤੇ ਵਿਵੇਕ ਦੀ ਲੋੜ ਸੀ ਤਾਂ ਸਾਡੇ ਬਾਬਿਆਂ ਨੇ ਸਾਨੂੰ ਦੱਸਿਆ ਕਿ ਪੁੱਤ ਇਉਂ ਨਹੀਂ ਤੇ ਇਉਂ ਕਰਨਾ ਹੈ। ਸਾਡੀਆਂ ਮਾਵਾਂ ਤੇ ਸਾਡੀਆਂ ਭੈਣਾਂ ਇੱਥੇ ਆ ਕੇ ਇਹ ਦੱਸ ਕੇ ਗਈਆਂ, ਪੂਰੀ ਦੁਨੀਆ ਨੂੰ ਸੁਨੇਹਾ ਦੇ ਕੇ ਗਈਆਂ ਵੀ ਇਹ ਹੋਰ ਕੋਈ ਐਜੀਟੇਸ਼ਨ ਨਹੀਂ, ਇਹ ਉਹ ਐਜੀਟੇਸ਼ਨ ਹੈ ਜਿੱਥੇ 6 ਸਾਲ ਦੀ ਬੱਚੀ ਤੋਂ ਲੈ ਕੇ 90 ਸਾਲ ਦੀ ਮਾਂ ਸਾਡੀ ਸੁਰੱਖਿਅਤ ਹੈ। ਇਹ ਮੈਸੇਜ ਜਾਂਦਾ ਹੈ ਨਾ। ਜਦੋਂ ਤੁਸੀਂ ਵੀ ਇੱਥੇ ਰਾਤ ਦੇ 11 ਵਜੇ 10:30 ਵਜੇ ਮੇਰੀ ਇੰਟਰਵਿਊ ਕਰ ਰਹੇ ਹੋ ਤਾਂ ਤੁਸੀਂ ਇਹ ਮੈਸੇਜ ਆਪਣੇ ਆਪ ਹੀ ਦੇ ਰਹੇ ਹੋ ਕਿ ਜੇ ਤੁਸੀਂ ਇੱਥੇ ਖੜੇ ਹੋ ਮਤਲਬ ਕਿ ਆਲਾ ਦੁਆਲਾ ਕਿੰਨਾ ਸੇਫ ਹੈ। ਤਾਂ ਹਰ ਬੰਦੇ ਦਾ ਯੋਗਦਾਨ ਹੈ, ਚਾਹੇ ਉਹ ਕੋਈ ਐਕਟਰ ਹੈ, ਚਾਹੇ ਗਾਇਕ ਹੈ, ਚਾਹੇ ਸਾਡੇ ਕਿਸਾਨ ਆਗੂ ਨੇ, ਚਾਹੇ ਨੌਜਵਾਨ ਨੇ, ਚਾਹੇ ਕੋਈ 1 ਮਿੰਟ ਵਾਸਤੇ ਵੀ ਆਇਆ ਪਰ ਉਹ ਆਪਦੀ ਹਾਜ਼ਰੀ ਲਵਾ ਕੇ ਗਿਆ। ਤਾਂ ਮੈਂ ਸਮਝਦਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਪੋਜ਼ਿਟਿਵ ਹੋਣ ਦੀ ਲੋੜ ਹੈ। ਜਦੋਂ ਲੜਾਈਆਂ ਲੜੀਆਂ ਜਾਂਦੀਆਂ ਨਾ ਉਹ ਪੋਜ਼ਿਟਿਵਿਟੀ ਤੇ ਲੜੀਆਂ ਜਾਂਦੀਆਂ। ਤੁਸੀਂ ਇਹ ਸੋਚੋ ਕਿ ਜੇ 40 ਸਿੰਘ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਲੜੇ ਤਾਂ ਕਿੰਨਾ ਵੱਡਾ ਕਨਸੀਵ ਕੀਤਾ ਹੋਣਾ ਗੁਰੂ ਸਾਹਿਬ ਨੇ। ਥਾਟ ਦੇਖੋ ਕਿੱਥੇ ਗਿਆ। 1 ਸੈਕਿੰਡ ਵੀ ਉਹਨਾਂ ਦੇ ਜ਼ਿਹਨ 'ਚ ਆਇਆ ਨਹੀਂਗਾ ਵੀ ਨਹੀਂ ਇਹਨਾਂ ਨਾਲ ਲੜਿਆ ਨਹੀਂ ਜਾ ਸਕਦਾ। ਤਾਂ ਉਹਨਾਂ ਨੇ ਕਨਸੀਵ ਕੀਤਾ ਹੈ ਨਾ, ਬਿਲੀਵ ਹੋਇਆ ਉਹਨਾਂ ਨੂੰ ਆਪਣੇ ਆਪ ਤੇ ਵੀ ਨਹੀਂ ਇਹ ਲੜਨਗੇ ਜਾ ਕੇ। ਤੇ ਉਹ 5-5 ਕਰਕੇ ਗਏ ਤੇ ਐਸੀ ਯੁੱਧ ਹੋਇਆ, ਐਸੀ ਜੰਗ ਹੋਈ ਕਿ ਦੁਨੀਆ ਉਹਦੀ ਮਿਸਾਲਾਂ ਅੱਜ ਦੁਨੀਆ ਦਿੰਦੀ ਹੈ। ਜੇ ਸਾਰਾਗੜੀ 'ਚ 21 ਸਿੰਘਾਂ ਨੇ ਅਫਗਾਨ ਦੀਆਂ ਲੱਖਾਂ ਫੌਜਾਂ ਨੂੰ ਜਾ ਕੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਤਾਂ ਇਹ ਕਨਸੀਵ ਕਰਨ ਦੀ ਗੱਲ ਹੈ। ਸੋ ਨੈਗੇਟਿਵਿਟੀ ਮੈਨੂੰ ਲੱਗਦਾ ਕਿ ਨਹੀਂ ਲਿਆਉਣੀ ਚਾਹੀਦੀ। ਸਾਨੂੰ ਹਰ ਉਸ ਨੌਜਵਾਨ ਦਾ, ਬਜ਼ੁਰਗ ਦਾ, ਬੱਚੇ ਦਾ, ਦਿੱਲੀ ਦੀ ਸੰਗਤ ਆ ਰਹੀ ਹੈ, ਦਿੱਲੀ ਤੋਂ ਕਿੰਨੀਆਂ ਭੈਣਾਂ ਰੋਜ਼ ਆਉਂਦੀਆਂ ਵਾਪਸ ਜਾਂਦੀਆਂ, ਕੱਲਾ ਬੰਦਾ, ਕੋਈ ਡਰਾਈਵਰ ਆ ਰਿਹਾ ਜਿਹੜਾ ਟੈਕਸੀ 'ਚ ਕਿਸੇ ਨੂੰ ਛੱਡ ਕੇ ਵੀ ਜਾ ਰਿਹਾ ਵਾਪਸ ਜਾ ਰਿਹਾ, ਉਹਦਾ ਵੀ ਧੰਨਵਾਦ, ਉਹਨੇ ਜਵਾਬ ਨਹੀਂ ਦਿੱਤਾ। ਜੇ ਕੋਈ ਪਿੱਛੋਂ ਬਾਲਣ ਲੈ ਕੇ ਟਰਾਲੀਆਂ ਤੇ ਮੁੰਡੇ ਅੱਜ ਮੈਂ ਦੇਖੇ ਚੱਲੇ ਹੋਏ ਆ ਛੋਟੇ ਛੋਟੇ, ਉਹਨਾਂ ਦਾ ਵੀ ਧੰਨਵਾਦ ਹੈ। 13 ਸਾਲ ਦਾ ਬੱਚਾ ਰਾਜਪੁਰੇ ਤੋਂ ਕਿਸੇ ਨਾਲ ਐਕਟਿਵਾ ਤੇ ਬਹਿ ਕੇ ਕੱਲਾ ਇੱਥੋਂ ਤੱਕ ਪਿਓ ਨਾਲ ਲੜ ਕੇ ਆ ਗਿਆ, ਉਹਦਾ ਵੀ ਧੰਨਵਾਦ ਹੈ। ਤੁਹਾਡਾ ਤੇ ਤੁਹਾਡੇ ਜਿਹੜੇ ਨਾਲ ਸਾਥੀ ਨੇ, ਜੇ ਕੋਈ ਕੈਮਰਾ ਚਲਾ ਰਿਹਾ, ਟਰਾਈਪੋਡ ਚੱਕ ਰਿਹਾ, ਕੋਈ ਪਿੱਛੇ ਤਾਰਾਂ ਚੱਕ ਰਿਹਾ ਤੇ ਉਹ ਲਪੇਟ ਰਿਹਾ, ਸਿਰਫ ਇੰਨਾ ਕੰਮ ਹੈ, ਉਹਦਾ ਵੀ ਧੰਨਵਾਦ ਹੈ। ਸੋ ਸਾਨੂੰ ਉਸ ਅਸੀਂ ਕਿਹੜੇ ਜਜ਼ਬੇ ਦੇ ਹਾਂ? ਅਸੀਂ ਗੁਰੂ ਸਾਹਿਬ ਦੇ ਉਸ ਫਲਸਫੇ ਤੇ ਜੀਣ ਵਾਲੇ ਹਾਂ ਜੋ ਇਹ ਦੱਸਦੇ ਸੀਗੇ ਕਿ ਜੇ ਮਾਤਾ ਜੀ ਦਿੱਲੀ ਵੱਲ ਨੂੰ ਆ ਗਏ, ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਉੱਥੇ ਠੰਡੇ ਬੁਰਜ ਤੇ ਉਹਨਾਂ ਨੇ ਕੈਦ ਕਰ ਲਿਆ ਸੀਗਾ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸੀ, ਉਹਨਾਂ ਨੇ ਫਿਰ ਵੀ ਚੜ੍ਹਦੀ ਕਲਾ ਦੀ ਗੱਲ ਹੀ ਕੀਤੀ ਹੈ। ਤਾਂ ਉਸ ਫਲਸਫੇ ਨੂੰ ਲੈ ਕੇ ਚੱਲਣ ਵਾਲੇ ਹਾਂ। ਔਰ ਦੂਜੀ ਗੱਲ ਹੈ ਕਿ ਕੱਲਾ ਪੰਜਾਬ ਨਹੀਂ ਹੈ, ਅਸੀਂ ਛੋਟਾ ਨਾ ਕਰੀਏ ਇਸ ਲੜਾਈ ਨੂੰ। ਕੱਲਾ ਸਿੱਖ ਨਹੀਂ ਹੈ ਤੇ ਪੰਜਾਬ ਨਹੀਂ ਹੈ, ਇਹ ਸਮੁੱਚਤਾ ਦੀ ਲੜਾਈ ਹੈ, ਕਿਸਾਨੀ ਦੀ ਲੜਾਈ ਹੈ, ਕੱਲੇ ਭਾਰਤੀ ਦੀ ਲੜਾਈ ਹੈ। ਉਹ ਕਿਸੇ ਵੀ ਜ਼ਾਤ, ਮਜ਼ਹਬ, ਕੌਮ ਜਾਂ ਕਿਸੇ ਵੀ ਖਿੱਤੇ ਦੇ ਨਾਲ ਸੰਬੰਧ ਰੱਖਦਾ ਹੋ ਸਕਦਾ। ਸੋ ਜਿਵੇਂ ਕਿ ਇੰਨਾ ਕੋਰਾ ਪੈ ਰਿਹਾ ਏ, ਅਸੀਂ ਵੀ 3 ਵਜੇ ਆਏ ਸੀ ਸਵੇਰੇ, 10-20 ਤੋਂ ਜ਼ਿਆਦਾ ਸਪੀਡ 'ਚ ਗੱਡੀ ਨਹੀਂ ਚੱਲ ਰਹੀ ਸੀ, ਡਰ ਲੱਗ ਰਿਹਾ ਸੀ ਵੀ ਕੋਰੇ 'ਚ ਤੁਹਾਨੂੰ ਪਤਾ ਕਿੰਨੇ ਐਕਸੀਡੈਂਟਸ ਹੁੰਦੇ ਨੇ, ਕਿੰਨੀਆਂ ਮਾਵਾਂ ਦੇ ਪੁੱਤ ਮਰ ਗਏ, ਕੋਈ 22 ਸਾਲ ਦਾ, ਕਿਸੇ ਦੇ ਵਿਆਹ ਨੂੰ 40 ਦਿਨ ਹੋਏ ਸੀ ਹਲੇ, ਉਹ ਕੀਰਨੇ ਕੰਨਾਂ ਵਿੱਚ ਗੂੰਜਦੇ ਨੇ। ਕਈ ਬਾਪੂ ਜੀ ਅੱਜ ਸਾਨੂੰ ਬਾਈਟ ਦਿੰਦੇ ਉਹਦੀਆਂ ਅੱਖਾਂ ਵਿੱਚ ਹੰਝੂ ਸੀ। ਸੋ ਕਿਧਰੇ ਕਿਤੇ ਇਹ ਮਤਲਬ ਕਿਸਾਨ ਕਮਜ਼ੋਰ ਤਾਂ ਨਹੀਂ ਪੈ ਰਹੇ ਇੰਨੀਆਂ ਮਤਲਬ ਸ਼ਹੀਦੀਆਂ ਦੇਖ ਕੇ? ਸ਼ਹਾਦਤ ਨਾ ਕਦੇ ਕਮਜ਼ੋਰ ਨਹੀਂ ਕਰਦੀ ਸਾਨੂੰ, ਪਰ ਸਾਨੂੰ ਦੁੱਖ ਬਹੁਤ ਹੈ। ਅੱਜ ਵੀ ਇੱਕ ਨੌਜਵਾਨ ਦੀ ਮੌਤ ਹੋਈ ਹੈ। ਇਹ ਮੌਤਾਂ ਉਸ ਤਖਤ ਨੂੰ ਇਹ ਦੱਸ ਰਹੀਆਂ ਕਿ ਕੱਲਾ ਕਿੱਲ ਤੁਹਾਡਾ ਪੱਟਿਆ ਜਾ ਰਿਹਾ ਹੈ। ਔਰ ਸਾਨੂੰ ਇਹ ਸਾਰੇ ਪੰਜਾਬੀਆਂ ਨੂੰ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਯਾਰ ਦੋਸਤੋ, ਆਓ ਜਿਹੜਾ ਕੱਲਾ ਬੰਦਾ ਇਸ ਸੰਘਰਸ਼ 'ਚ ਸ਼ਹੀਦ ਹੋ ਰਿਹਾ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੀਏ। ਬੜੇ ਅਫਸੋਸ ਦੀ ਗੱਲ ਹੈ, ਹਾਲਾਂਕਿ ਅੱਜ ਬਾਅਦ 'ਚ ਅਨਾਉਂਸ ਹੋਇਆ ਇੱਕ ਵੀਰ ਦੀ ਮੌਤ ਹੋਈ ਹੈ ਔਰ ਉਹਦੇ ਪਰਿਵਾਰ ਨੂੰ ਕਰਜ਼ਾ ਲੈ ਕੇ ਸੰਸਕਾਰ ਕਰਨਾ ਪਿਆ 60,000 ਰੁਪਏ ਦਾ। ਅੰਮ੍ਰਿਤਸਰ ਤਰਨਤਾਰਨ ਦੇ ਨੇੜੇ ਕਿਸੇ ਬੱਲਾ ਪਿੰਡ ਦਾ ਉਹ। ਤਾਂ ਇਹ ਚੀਜ਼ਾਂ ਸਾਨੂੰ ਦੁੱਖ ਦਿੰਦੀਆਂ। ਪਰ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਅੱਗੇ ਆਈਆਂ, ਉਹਨਾਂ ਨੇ ਕਿਹਾ ਸਾਨੂੰ ਪਤਾ ਨਹੀਂ ਸੀਗਾ, ਕਮੀ ਨਹੀਂ ਰਹਿਣ ਦੇਵਾਂਗੇ ਕਿਸੇ ਗੱਲ ਦੀ। ਜੋ ਮੌਤਾਂ ਹੋ ਰਹੀਆਂ, ਜੋ ਸ਼ਹਾਦਤਾਂ ਹੋ ਰਹੀਆਂ, ਉਹਦਾ ਦੁੱਖ ਬਹੁਤ ਹੈ, ਪਰ ਸਾਨੂੰ ਉਹਨਾਂ ਯੋਧਿਆਂ ਨੂੰ ਸਲਾਮ ਕਰਨਾ ਚਾਹੀਦਾ ਹੈ। ਉਹ ਆਪਣੀਆਂ ਸ਼ਹਾਦਤਾਂ ਤੇ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ ਉਹ ਸਿਰਜ ਕੇ ਜਾ ਰਹੇ ਆ, ਪਰ ਇਹ ਨਹੀਂ ਹੋਣੀਆਂ ਚਾਹੀਦੀਆਂ। ਇਹ ਸ਼ਰਮ ਆਉਣੀ ਚਾਹੀਦੀ ਹੈ ਸਰਕਾਰਾਂ ਨੂੰ ਕਿ ਰੋਜ਼ ਇੱਕ ਬੰਦਾ ਇੱਥੇ ਮਰ ਰਿਹਾ ਹੋਵੇ ਔਰ ਉਹ ਅੱਜ ਵੀ ਇਹ ਕਹਿੰਦੀਆਂ ਫਿਰਦੀਆਂ ਹੁਣ ਵੀ ਬਿਲਸ ਚੰਗੇ ਨੇ। ਉਹ ਅੱਜ ਪ੍ਰਧਾਨ ਮੰਤਰੀ ਸਾਹਿਬ ਗੁਰਦੁਆਰੇ ਮੱਥਾ ਟੇਕ ਕੇ ਆਉਂਦੇ ਆ, ਕਿੰਨੇ ਵਾਰੀ ਇਸ ਤੋਂ ਪਹਿਲਾਂ ਗਏ ਆ ਇਹ 10 ਦਿਨ, ਤੇ ਫਿਰ ਅਸੀਂ ਕਿਉਂ ਨਾ ਐਸੋਸੀਏਟ ਕਰੀਏ ਕਿ ਤੁਸੀਂ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਕਿੰਨੇ ਵਾਰੀ ਬਿਨਾਂ ਸਿਕਿਉਰਿਟੀ ਤੋਂ ਬਾਹਰ ਨਿਕਲ ਕੇ ਗਏ ਆ।
ਸਿੱਖਾਂ ਦੇ ਨਾਂ ਤੇ ਪੈਂਫਲੇਟ ਬਣਾਏ ਜਾ ਰਹੇ ਆ ਸਰਕਾਰ ਵੱਲੋਂ ਕਿ ਅਸੀਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਤਾ। ਕੋਈ ਆਸਾਨ ਥੋੜੀ ਕੀਤਾ ਤੁਸੀਂ। ਅਸੀਂ ਦੇਸ਼ ਦੇ ਬਸ਼ਿੰਦੇ ਆ ਇੱਥੋਂ ਦੇ, ਅਸੀਂ ਉਨਾ ਹੀ ਹੱਕ ਰੱਖਦੇ ਹਾਂ, ਅਸੀਂ ਨਾਗਰਿਕ ਹਾਂ, ਸੰਵਿਧਾਨ ਸਾਡਾ ਉਨਾ ਹੀ ਹੈ ਜਿੰਨਾ ਬਾਕੀ ਕਿਸੇ ਹੋਰ ਦਾ ਹੈ। ਤਾਂ ਕੋਈ ਆਸਾਨ ਥੋੜੀ ਕਰ ਰਹੇ ਹੋ ਜੇ ਸਾਡੇ ਤੇ ਤੁਸੀਂ ਕੁਝ ਚੀਜ਼ਾਂ ਕਰਕੇ ਦੇ ਰਹੇ ਹੋ। ਤਾਂ ਸਾਨੂੰ ਇਹ ਮਹਿਸੂਸ ਕਿਉਂ ਕਰਾਇਆ ਜਾਂਦਾ ਹੈ ਜੇ ਤੁਸੀਂ ਕਦੇ ਕਿਸੇ ਹੋਰ ਕੌਮ ਵਾਸਤੇ ਜਾਂ ਕਿਸੇ ਹੋਰ ਸੂਬੇ ਵਾਸਤੇ ਕੋਈ ਪੈਂਫਲੇਟ ਬਣਾ ਕੇ ਵੰਡਿਆ ਵੀ ਤੁਹਾਡੇ ਵਾਸਤੇ ਅਸੀਂ ਆਹ ਕੀਤਾ ਹੈ। ਅਸੀਂ ਵੱਖਰੇ ਥੋੜ੍ਹੀ ਹਾਂ ਜਿਹੜਾ ਤੁਸੀਂ ਸਾਨੂੰ ਇਹ ਮਹਿਸੂਸ ਕਰਾਉਂਦੇ ਹੋ ਵੀ ਆ ਤੁਹਾਡੇ ਵਾਸਤੇ ਬਣਾ ਕੇ ਦੇ ਰਹੇ ਹਾਂ, ਤੁਸੀਂ ਵੱਖਰੇ ਹੋ। ਸੋ ਇਹ ਚੀਜ਼ਾਂ ਨੂੰ ਨੋਟ ਕਰਨਾ ਚਾਹੀਦਾ ਲੋਕਾਂ ਨੂੰ। ਮੈਂ ਕਹਿੰਦਾ ਕੱਲਾ ਪੰਜਾਬ ਨਾ ਨੋਟ ਕਰੇ, ਕੱਲਾ ਦੇਸ਼ ਵਾਸੀ ਨੋਟ ਕਰੇ। ਡੈਮੋਕ੍ਰੇਸੀ ਹੈ, ਬੀਜੇਪੀ, ਅਕਾਲੀ ਦਲ, ਕਾਂਗਰਸ ਕੋਈ ਵੀ ਹੋਵੇ, ਮੈਂ ਉਸ ਤੇ ਨਹੀਂ ਪੈਣਾ ਚਾਹੁੰਦਾ, ਮੈਂ ਪੱਤਰਕਾਰ ਹਾਂ। ਪਰ ਘੱਟੋ ਘੱਟ ਜਦੋਂ ਲੋਕਤੰਤਰ 'ਚ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਤੇ ਜੇ ਕੋਈ ਪੱਤਰਕਾਰ ਵੀ ਇਸ ਬਾਰੇ ਨਹੀਂ ਬੋਲੂਗਾ, ਨਹੀਂ ਲਿਖੂਗਾ, ਉਹ ਕਹਿੰਦੇ ਨਾ ਕਿ ਵਿਕਿਆ ਹੋਇਆ ਪੱਤਰਕਾਰ ਡਰੇ ਹੋਏ ਨਾਗਰਿਕ ਪੈਦਾ ਕਰਦਾ ਹੈ। ਤੇ ਡਰੇ ਹੋਏ ਨਾਗਰਿਕ ਪੰਜਾਬ ਤਾਂ ਨਹੀਂ ਪੈਦਾ ਹੋਣ ਦੇਊਗਾ। ਇਹ ਮੈਨੂੰ ਲੱਗਦਾ ਜੇ ਕੋਈ ਵਿਕ ਜੂਗਾ ਤਾਂ ਪੰਜਾਬ ਉਹਨੂੰ ਬਰਦਾਸ਼ਤ ਨਹੀਂ ਕਰੂਗਾ। ਤੁਸੀਂ ਗੱਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਜੀ ਅੱਜ ਗੁਰਦੁਆਰਾ ਸਾਹਿਬ ਗਏ ਸੀ, ਸ਼ਾਇਦ ਪਹਿਲਾਂ ਜ਼ਿੰਦਗੀ 'ਚ ਕਦੇ ਨਹੀਂ ਗਏ ਹੋਣੇ ਉਹ, ਹੈ ਨਾ, ਕਿਉਂਕਿ ਲੋਕ ਕਹਿੰਦੇ ਨੇ RSS ਦੇ ਤੇ ਉਹ ਹਿੰਦੂ ਇਜ਼ਮ ਨਾਲ ਹੈ ਨਾ ਰਿਲੇਟਡ ਨੇ। ਤਾਂ ਸਿੱਖਾਂ ਨੇ ਮਤਲਬ ਸਾਡੇ ਜਾਂ ਕਿਸਾਨਾਂ ਨੇ ਰੱਖ ਲਓ, ਇਸ ਗੱਲ ਨੂੰ ਬੜਾ ਪੋਜ਼ਿਟਿਵਿਟੀ ਨਾਲ ਲਿਆਏ ਕਿ ਸ਼ਾਇਦ ਬਾਬੇ ਨਾਨਕ ਨੇ ਸਮੱਤ ਬਖਸ਼ੀ ਹੈ ਤਾਂ ਦਰਬਾਰ ਉਹਨਾਂ ਨੂੰ ਬਾਬੇ ਦੇ ਦਰਬਾਰ ਤੇ ਮੱਥਾ ਟੇਕਣ ਦਾ ਨਸੀਬ ਹੋਇਆ। ਸ਼ਾਇਦ ਹੁਣ ਉਹ ਇਹ ਜਿੱਤ ਹਾਸਿਲ ਦਾ ਸਾਡਾ ਇੱਕ ਸ਼ਾਇਦ ਦਿਖ ਰਿਹਾ ਕਿ ਜਿੱਤ ਹਾਸਿਲ ਹੋਵੇਗੀ ਕਿ ਉਹ ਬਾਬਾ ਜੀ ਦੇ ਦਰਬਾਰ ਤੇ ਮੱਥਾ ਟੇਕਣ ਜਾ ਰਹੇ ਨੇ। ਦੇਖੋ ਗੱਲ ਹਿੰਦੂ ਸਿੱਖ ਦੀ ਨਹੀਂ ਹੈ ਇਹਦੇ 'ਚ। ਗੁਰੂ ਰਾਮਦਾਸ ਪਾਤਸ਼ਾਹ ਨੇ 4 ਦਵਾਰ ਖੁੱਲ੍ਹੇ ਛੱਡੇ ਨੇ। ਹਿੰਦੂ ਸਿੱਖ ਮੁਸਲਮਾਨ ਕੋਈ ਵੀ ਧਰਮ ਜਾਤ ਪਾਤ ਹੋਵੇ ਉਹ ਆਉਂਦਾ, ਸੀਸ ਨਵਾਉਂਦਾ। ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੁੱਚੀ ਦੁਨੀਆ ਦੇ ਨੇ, ਹੈ ਨਾ। ਉਹ ਪ੍ਰਕਾਸ਼, ਉਹ ਚਾਨਣ ਸੀਮਤ ਨਹੀਂ ਹੈ, ਨਾ ਮੇਰੇ ਤੱਕ, ਨਾ ਤੁਹਾਡੇ ਤੱਕ, ਨਾ ਕਿਸੇ ਹੋਰ ਤੱਕ। ਗੱਲ ਇਹ ਨਹੀਂ ਹੈ ਉਹ ਜਾਣ ਜੀ ਸਦਕੇ ਰੋਜ਼ ਮੱਥਾ ਟੇਕਣ, ਚਾਹੇ ਮਹਾਰਾਜ ਦਾ ਪ੍ਰਕਾਸ਼ ਜੇ ਕੈਨੇਡਾ ਦੀ ਸੰਸਦ 'ਚ ਹੁੰਦਾ ਇੱਥੇ ਵੀ ਕਰਾ ਲਿਆ ਕਰਨ, ਅਸੀਂ ਚਾਹੁੰਦੇ ਹਾਂ ਕਿ ਵਿਸਾਖੀ ਤੇ। ਪਰ ਗੱਲ ਇਹ ਨਹੀਂ ਹੈ, ਗੱਲ ਮਨਸ਼ਾ ਤੇ ਸਵਾਲ ਕੀਤਾ ਜਾ ਰਿਹਾ ਹੈ, ਟਾਈਮਿੰਗ ਤੇ ਸਵਾਲ ਕੀਤਾ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਬਹੁਤ ਵੱਡੇ ਬਹੁਤ ਮੁਕੱਦਸ ਦਿਨ ਹੋਰ ਆਉਂਦੇ ਹੈ। ਉਦੋਂ ਅਸੀਂ ਕਦੇ ਨਹੀਂ ਦੇਖਿਆ ਕਿ ਇਸ ਤਰ੍ਹਾਂ ਹੋਇਆ ਹੋਵੇ। ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਹੁਣੇ ਪਿੱਛੇ ਜੇ ਥੋੜੇ ਦਿਨ ਹੀ ਹੋਏ ਆ, ਉਦੋਂ ਕਿਉਂ ਨਹੀਂ ਅਸੀਂ ਦੇਖਿਆ ਕਿ ਉਹ ਆਲ ਆਫ ਅ ਸਡਨ ਚਲੇ ਜਾਂਦੇ ਔਰ ਉੱਥੇ ਜਾ ਕੇ ਮੱਥਾ ਟੇਕ ਲੈਂਦੇ। ਗੱਲ ਇਹ ਨਹੀਂ ਹੁੰਦੀ, ਗੱਲ ਟਾਈਮਿੰਗ ਦੀ ਹੈ ਕਿ ਇੱਕ ਪਾਸੇ ਤੁਸੀਂ ਫੋਰਸ ਕਰ ਰਹੇ ਹੋ, ਕਿਸਾਨਾਂ ਨੂੰ ਕਹਿ ਰਹੇ ਹੋ ਕਿ ਬਿਲਸ ਬਹੁਤ ਵਧੀਆ ਨੇ, ਤੁਸੀਂ ਪੈਂਫਲੇਟਸ ਦੇ ਰਹੇ ਹੋ। ਐਗਰੀਕਲਚਰ ਮਿਨਿਸਟਰ ਇੱਕ ਚਿੱਠੀ ਜਿਹੜੀ ਆ ਉਹ ਜਾਰੀ ਕਰਦੇ ਆ, ਚਿੱਠੀ ਦੇ ਵਿੱਚ ਖੁੱਲ੍ਹੀ ਖੱਤ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ, ਇਹ ਚੰਗੇ ਨੇ। ਦੂਜੇ ਪਾਸੇ ਟੇਬਲ ਟਾਕ ਦੀ ਗੱਲ ਕਰ ਰਹੇ ਹੋ, ਤੁਸੀਂ ਟੇਬਲ ਟਾਕ 'ਚ ਮੰਨ ਰਹੇ ਹੋ ਆ ਕੇ ਕਿਸਾਨਾਂ ਨਾਲ ਵੀ ਨਹੀਂ ਬਿਲਸ ਚੰਗੇ ਨਹੀਂ ਹੈਗੇ, ਬਿਲ ਸਹੀ ਨਹੀਂ ਹੈਗੇ ਤਾਂ ਅਸੀਂ ਅਮੈਂਡਮੈਂਟ ਕਰ ਸਕਦੇ ਹਾਂ, ਅਸੀਂ ਵਾਪਸ ਨਹੀਂ ਲੈਣੇ। ਸੁਪਰੀਮ ਕੋਰਟ 'ਚ ਜਾ ਕੇ ਤੁਸੀਂ ਪਹੁੰਚਦੇ ਹੋ ਤਾਂ ਉੱਥੋਂ ਵੀ ਤੁਹਾਨੂੰ ਸੁਪਰੀਮ ਕੋਰਟ ਸਵਾਲ ਕਰਦਾ ਹੈ ਕਿ ਜਦੋਂ ਤੱਕ ਟਾਕ ਹੋ ਰਹੀ ਹੈ ਤੁਸੀਂ ਬਿਲਸ ਮੁਅੱਤਲ ਕਰ ਲਓ, ਉਦੋਂ ਤੱਕ ਨਾ ਇਹਨੂੰ ਲਾਗੂ ਕਰੋ, ਪਹਿਲਾਂ ਟੇਬਲ ਟਾਕ ਪੂਰੀ ਹੋ ਜੇ। ਤਾਂ ਕਿਸੇ ਗੱਲ ਤੇ ਤਾਂ ਸਰਕਾਰ ਆਵੇ। ਦੇਖੋ ਇਹ ਤਾਂ ਅੜੀਅਲ ਰਵੱਈਆ ਹੋ ਗਿਆ। ਇਹ ਤਾਂ ਇਹ ਹੋ ਗਿਆ ਵੀ ਨਹੀਂ ਅਸੀਂ ਆਪਦੀ ਹਿੰਡ ਪਕਾਉਣੀ, ਅਸੀਂ ਇੱਥੇ ਖੜੇ ਹਾਂ। ਤੁਸੀਂ ਕੀ ਪ੍ਰੂਵ ਕਰ ਰਹੇ ਹੋ? ਆ ਜਿਹੜੇ ਇੰਨੇ ਲੋਕ ਸਾਹਮਣੇ ਖੜੇ ਆ ਕੈਮਰਾ ਘੁਮਾ ਕੇ, ਇਹਨਾਂ 'ਚ ਕੋਈ ਤੁਹਾਨੂੰ ਵੱਖਵਾਦੀ, ਅੱਤਵਾਦੀ ਕੋਈ ਕੁਝ ਦੱਸਦਾ? ਕੋਈ ਇੱਕ ਬੰਦਾ ਦਾ ਚਿਹਰਾ ਤੁਸੀਂ ਮੈਨੂੰ ਦੱਸੋ। ਹਰੇਕ ਕਿਸਾਨ ਦਾ ਪੁੱਤ ਹੋਊਗਾ ਇੱਥੇ। ਜੇ ਨਹੀਂ ਕਿਸਾਨ ਦਾ ਹੋਊਗਾ ਤਾਂ ਕਿਸਾਨੀ ਨਾਲ ਸੰਬੰਧ ਘੱਟੋ ਘੱਟ ਰੱਖਦਾ ਹੋਊਗਾ। ਤਾਂ ਜਦੋਂ ਇਹੋ ਜਿਹਾ ਵਰਤਾਰਾ, ਇੱਕ ਨੈਰੇਟਿਵ ਸੈੱਟ ਕਰ ਦਿਓ ਕਿ ਉੱਥੇ ਟੁਕੜੇ ਗੈਂਗ, ਇਹ ਕਿਹੜੀ ਗੈਂਗ ਹੁੰਦੀ? ਟੁਕੜੇ ਗੈਂਗ ਕਿਹੜੀ ਹੁੰਦੀ? ਮੈਨੂੰ ਤਾਂ ਅੱਜ ਤੱਕ ਨਹੀਂ ਪਤਾ ਲੱਗਿਆ ਇੰਨੇ ਸਾਲਾਂ 'ਚ। ਜਦੋਂ ਹਰ ਮੁਲਕ ਦੇ ਵਿੱਚ ਹਰ ਬੰਦੇ ਨੂੰ ਆਪਦੀ ਗੱਲ ਰੱਖਣ ਦਾ ਹੱਕ ਹੈ, ਤੁਹਾਨੂੰ ਵੀ ਮੈਨੂੰ ਵੀ। ਔਰ ਜੇ ਮੈਂ ਤੁਹਾਡੇ ਓਪੀਨੀਅਨ ਨਾਲ ਸਹਿਮਤ ਨਹੀਂ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਨੂੰ ਕਹਿ ਦਾਂ ਕਿ ਜਾਓ ਪਾਕਿਸਤਾਨ ਚਲੇ ਜਾਓ, ਜਾਂ ਮੈਂ ਤੁਹਾਨੂੰ ਕਹਿਦਾ ਤੁਸੀਂ ਤਾਂ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਹੋ। ਟੁੱਟਣਾ ਕਿਹੜਾ ਹੁੰਦਾ? ਦੇਸ਼ ਕਿਵੇਂ ਟੁੱਟ ਜੂਗਾ? ਦੇਸ਼ ਇੱਕ ਐਕਸਪਲੇਨ ਕਰਨ ਜਿਹੜੇ ਨੈਸ਼ਨਲ ਮੀਡੀਆ 'ਚ ਬੈਠੇ ਐਂਕਰ ਨੇ, ਜਿਹੜੇ ਸਾਰਾ ਦਿਨ ਇਹ ਰੌਲਾ ਪਾਈ ਜਾਂਦੇ, ਇੱਕੋ ਜਿਹੜੇ ਬਾਲੀਵੁੱਡ ਵਾਲੇ ਵੀ, ਦੇਸ਼ ਟੁੱਟ ਰਿਹਾ ਹੈ। ਕਿਵੇਂ ਟੁੱਟੂਗਾ ਦੇਸ਼? ਦੇਸ਼ ਤਾਂ ਜੁੜ ਰਿਹਾ ਹੈ। ਤੁਹਾਨੂੰ ਇੱਥੇ ਆ ਕੇ ਮੈਨੂੰ ਦੱਸੋ ਦੇਸ਼ ਟੁੱਟਦਾ ਦਿਸਿਆ ਕਿ ਜੁੜਦਾ ਦਿਸਿਆ? ਮੈਨੂੰ ਤਾਂ ਤੁਸੀਂ ਮਾਫ ਕਰ ਮੇਰੀ ਭੈਣ, ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਹੋ, ਮੈਂ ਇੱਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ। ਇੱਥੇ ਮੁਸਲਮਾਨ ਵੀ ਦਿਸ ਜਾਣਗੇ, ਇੱਥੇ ਜੈਨੀ ਵੀ ਦਿਸ ਜਾਣਗੇ ਤੁਹਾਨੂੰ। ਤਾਂ ਇਹ ਦੇਸ਼ ਟੁੱਟਿਆ ਕਿ ਜੁੜਿਆ? ਮੈਨੂੰ ਇਹ ਦੱਸੋ। ਹਾਂਜੀ ਜੁੜਿਆ ਜੀ। ਤਾਂ ਫਿਰ ਇਹ ਜਦੋਂ ਇਹੋ ਜਿਹੇ ਨੈਰੇਟਿਵ ਸੈੱਟ ਹੁੰਦੇ ਆ ਵੀ ਟੁਕੜੇ ਗੈਂਗ ਹੈ, ਦੇਸ਼ ਤੋੜਿਆ ਜਾ ਰਿਹਾ ਹੈ, ਉਹ ਸਿਰਫ ਇੱਕ ਭਰਮ ਪੈਦਾ ਕਰਕੇ ਉਹ ਇੱਕ ਸੈੱਟ ਆਫ ਪੀਪਲ ਨੂੰ ਇਹ ਸਮਝਾਇਆ ਜਾ ਰਿਹਾ ਵੀ ਅਸੀਂ ਇਹ ਮੰਨਣੀ ਨਹੀਂ। ਜੇ ਬਿਹਾਰ ਖੜਾ ਉੱਠਦਾ ਤਾਂ ਉਹ ਨਕਸਲਾਈਟ ਹੈ, JNU ਦੇ ਵਿਦਿਆਰਥੀ ਉੱਠਦੇ ਨੇ ਉਹ ਅਰਬਨ ਨਕਸਲਾਈਟ ਨੇ, ਜੇ ਅਵਾਰਡ ਵਾਪਸ ਕੀਤੇ ਜਾਂਦੇ ਉਹ ਗੈਂਗ ਬਣ ਜਾਂਦਾ। ਦੇਖੋ ਸੁਰਜੀਤ ਪਾਤਰ ਵਰਗਾ ਗੈਂਗ ਦਾ ਤੁਹਾਨੂੰ ਲੱਗਦਾ ਵੀ ਉਹ ਗੈਂਗ ਹੈ?
ਜੇ ਪੱਤਰਕਾਰ ਦੀ ਮੌਤ ਹੋ ਜਾਂਦੀ ਹੈ, ਜਦੋਂ ਗੌਰੀ ਲੰਕੇਸ਼ ਨੂੰ ਮਾਰਿਆ ਜਾਂਦਾ, ਜੇ ਪੱਤਰਕਾਰ ਸਵਾਲ ਕਰਦੇ ਆ ਤਾਂ ਕਹਿੰਦੇ ਆ ਜੀ ਇਹ ਏਜੰਡੇ ਦੇ ਪੱਤਰਕਾਰ ਨੇ। ਜਿਸ ਪੱਤਰਕਾਰ ਨੇ ਆਪਦੀ ਜ਼ਿੰਦਗੀ 'ਚ ਆਪਦੇ ਮੈਗਜ਼ੀਨ ਵਾਸਤੇ ਕਦੇ ਐਡ ਵੀ ਨਹੀਂ ਲਈ, ਉਹ ਕਹਿੰਦੀ ਸੀ ਕਿ ਮੈਂ ਬਿਨਾਂ ਐਡ ਤੋਂ ਨਿਰੋਲ ਨਿਰਪੱਖ ਪੱਤਰਕਾਰੀ ਤੇ ਚਲਾਉਣਾ, ਉਹ ਤੁਹਾਨੂੰ ਚੰਗੀ ਨਹੀਂ ਲੱਗੀ, ਉਹ ਬਾਅਦ ਸਾਬਤ ਹੋ ਗਿਆ ਕਿ ਉਹ ਮਾਰੀ ਕਿਹਨਾਂ ਨੇ। ਤਾਂ ਇਹ ਸਾਰਾ ਨੈਰੇਟਿਵ ਕਿਉਂ ਸੈੱਟ ਕੀਤਾ ਜਾ ਰਿਹਾ ਹੈ? ਮੂਰਖ ਥੋੜੀ ਨੇ ਲੋਕ, ਮੈਨੂੰ ਇਹ ਦੱਸੋ। ਦੇਖੋ ਜਿਹੜੀ ਜਾਗ ਨਾ, ਕਈ ਵਾਰੀ ਦਹੀਂ ਨੂੰ ਜਾਗ ਔਖਾ ਲੱਗਦਾ, ਕਈ ਵਾਰੀ ਦੁੱਧ ਮਾੜਾ ਹੁੰਦਾ, ਇਹ ਜਾਗ ਲਾ ਦੇਣਗੇ। ਪੰਜਾਬ ਚੋਂ ਕ੍ਰਾਂਤੀ ਕਿੱਥੋਂ ਉੱਠਦੀ ਹੈ? ਬੰਗਾਲ ਤੋਂ ਉੱਠੀ ਜਾਂ ਪੰਜਾਬ ਤੋਂ ਉੱਠੀ? ਤਾਂ ਐਤਕੀ ਪੰਜਾਬ ਤੋਂ ਉੱਠੀ ਹੈ, ਬਾਕੀ ਦੇਸ਼ ਹੌਲੀ ਹੌਲੀ ਨਾਲ ਆ ਰਿਹਾ। ਜੇ ਗੱਲ ਕਰੀਏ ਅਕਾਲੀਆਂ ਦੀ, ਅਕਾਲੀ ਕਹਿ ਰਹੇ ਨੇ ਅਸੀਂ ਕਿਸਾਨਾਂ ਦਾ ਬਿਲਕੁਲ ਸਮਰਥਨ ਕਰ ਰਹੇ ਨੇ, ਈਵਨ ਕਿ ਅਸੀਂ ਆਪਣੀ ਵਜ਼ੀਰੀ ਵੀ ਤਿਆਗ ਦਿੱਤੀ ਹੈ ਕਿਸਾਨਾਂ ਦੇ ਲਈ। ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਪੱਤਰਕਾਰ ਹਾਂ, ਮੈਂ ਕੋਈ ਪੋਲੀਟੀਕਲ ਬੰਦਾ ਨਹੀਂ ਆ ਭੈਣ। ਤੇ ਬਾਕੀ ਇਹ ਦੇਖੋ, ਇਹ ਤਾਂ ਜਿਹੜੇ ਲੋਕ ਹੁੰਦੇ ਆ ਨਾ, ਹਾਂਜੀ, ਇਹ ਪੋਲੀਟੀਕਲ ਜਵਾਬ ਲੋਕ ਦਿੰਦੇ ਆ ਹਮੇਸ਼ਾ, ਕੌਣ ਸੱਚਾ ਹੈ ਕੌਣ ਝੂਠਾ ਹੈ। ਮੈਂ ਓਵਰਆਲ ਗੱਲ ਕਰਾਂ, ਮੈਨੂੰ ਇੱਕ ਸਿਆਸਤਦਾਨ ਇੱਥੇ ਦੱਸੋ ਆ ਕੇ, ਕੋਈ ਬੈਠਾ ਹੋਵੇ ਤਾਂ, ਕੋਈ 70 ਸਾਲਾਂ 'ਚ ਚੱਜ ਦਾ ਕੰਮ ਕੀਤਾ ਹੀ ਨਹੀਂ ਕਿਸੇ ਨੇ, ਤੇ ਆ ਕੇ ਇੱਥੇ ਬੈਠਦੇ ਕਿਵੇਂ? ਡਰ ਲੱਗ ਰਿਹਾ ਉਹਨਾਂ ਨੂੰ, ਉਹ ਕੰਬ ਰਹੇ ਆ ਵੀ ਅਸੀਂ ਬੈਠਾਂਗੇ ਸਾਡੇ ਕਿਤੇ ਇੱਥੇ ਜੁੱਤੀਆਂ ਨਾ ਪੈ ਜਾਣ, ਕਿ ਸਾਡਾ ਵਿਰੋਧ ਨਾ ਹੋ ਜੇ। ਚਲੋ ਜੇ ਗੱਲ ਕਰੀਏ ਬੀਜੇਪੀ ਸਰਕਾਰ ਦੀ, ਉਹਨਾਂ ਦੇ ਇੱਕ ਆਗੂ ਨੇ ਕਿਹਾ ਹੈ ਕਿ ਅੱਜ ਦਿਨ ਤੱਕ ਨਹੀਂ ਪ੍ਰਧਾਨ ਮੰਤਰੀ ਜੀ ਜਿਹੜੇ ਵੀ ਸਾਡੇ ਹੁਣ ਹੈਗੇ ਨੇ, ਮੋਦੀ ਸਰਕਾਰ ਜੀ, ਇਹਨਾਂ ਨੇ ਜਿਹੜੇ ਵੀ ਫੈਸਲੇ ਲਏ ਨੇ ਉਹਨਾਂ ਤੇ ਅਟਲ ਰਹੇ ਨੇ, ਚਾਹੇ ਉਹ ਨੋਟਬੰਦੀ ਹੈ, ਕੁਝ ਵੀ ਇਹਨਾਂ ਨੇ ਕੀਤਾ ਸਾਡੀ ਭਲਾਈ ਦੇ ਲਈ, ਹੈ ਨਾ, ਸਾਡਾ ਬਹੁਤ ਭਲਾ ਕੀਤਾ, ਅੱਛੇ ਦਿਨ ਆ ਗਏ, ਹੈ ਨਾ। ਇਸ ਤੋਂ ਬਾਅਦ ਅੱਛੇ ਦਿਨ ਕੀ ਹੋਣੇ? ਬਦਾਮ ਖਾ ਰਹੇ ਨੇ ਲੰਗਰਾਂ ਦੇ ਵਿੱਚ, ਸਿੱਖ ਹਿੰਦੂ ਮੁਸਲਿਮ ਸਾਰੇ ਇੱਕ ਹੋਏ ਪਏ ਨੇ, ਹੈ ਨਾ, ਬੜਾ ਦਿਲ ਲੱਗਿਆ ਹੋਇਆ ਕਿਸਾਨਾਂ ਦਾ ਇੱਥੇ। ਸੋ ਉਹਨਾਂ ਨੇ ਕਿਹਾ ਕਿ ਹੁਣ ਤੱਕ ਅੜੀ ਬੈਠੀ ਹੈ ਸਰਕਾਰ, 2.5-3 ਮਹੀਨੇ ਹੋ ਗਏ ਕਿਸਾਨ ਸੜਕਾਂ ਤੇ ਰੁਲ ਰਹੇ ਨੇ, ਕਿ ਉਹ ਵਾਪਸ ਨਹੀਂ ਲਏਗੀ ਇਹ ਬਿੱਲ, ਸੋਧ ਕਰ ਸਕਦੀ ਹੈ, ਵਾਪਸ ਨਹੀਂ ਲਵੇਗੀ। ਸੋ ਕੀ ਕਹੋਗੇ? ਤੁਸੀਂ ਬਹੁਤ ਵਧੀਆ ਪੱਤਰਕਾਰ ਹੋ ਔਰ ਤੁਹਾਡੇ 'ਚ ਪੋਟੈਂਸ਼ੀਅਲ ਬਹੁਤ ਵੱਡੇ ਪੱਤਰਕਾਰ ਬਣਨ ਦਾ ਹੈ। ਮੈਂ ਤੁਹਾਨੂੰ ਕਿਹਾ ਕਿ ਮੈਨੂੰ ਪੋਲੀਟੀਕਲ ਗੱਲ ਨਾ ਕਰੋ ਤਾਂ ਬਿਹਤਰ ਹੈ, ਚਾਹੇ ਅਕਾਲੀ ਹੋਵੇ, ਬੀਜੇਪੀ ਹੋਵੇ, ਕਾਂਗਰਸ ਹੋਵੇ। ਮੈਂ ਬਤੌਰ ਪੱਤਰਕਾਰ ਚੰਗਾ ਨਹੀਂ ਲੱਗਦਾ ਇਹ ਗੱਲਾਂ ਕਰਦਾ, ਮੇਰਾ ਪਰਸਨਲ ਓਪੀਨੀਅਨ ਕੁਝ ਹੋਰ ਹੋ ਸਕਦਾ ਹੈ। ਪਰ ਹਾਂ, ਜਿਹੜੀ ਗੱਲ ਇਹ ਹੈ ਕਿ ਜਦੋਂ ਕਿਸਾਨ ਕਹਿ ਰਹੇ ਆ ਕਿ ਸੋਧ ਸਾਨੂੰ ਮਨਜ਼ੂਰ ਹੀ ਨਹੀਂ ਹੈ, ਹਾਂਜੀ, ਹੁਣ ਮੈਂ ਤੁਹਾਨੂੰ ਸ਼ਗਨ ਪਾਵਾਂ, ਤੁਸੀਂ ਕਹੋ ਮੈਂ ਨਹੀਂ ਲੈਣਾ, ਹਾਂਜੀ, ਮੈਂ ਧੱਕਾ ਹੀ ਕਰੀ ਜਾਵਾਂ ਤੁਹਾਡੇ ਨਾਲ ਵੀ ਨਹੀਂ ਸ਼ਗਨ ਲੈ ਕੇ ਹੀ ਜਾਓ, ਇਹ ਉਹ ਗੱਲ ਹੈ। ਤਾਂ ਜਥੇਬੰਦੀਆਂ ਕਲੀਅਰ ਨੇ ਕਿ ਅਸੀਂ ਸੋਧ ਨਹੀਂ ਕਰਾਉਣੀ, ਸਾਡਾ ਯੈਸ ਔਰ ਨੋ, ਉਹਨਾਂ ਦੇ ਅੱਜ ਵੀ ਮੈਂ ਗੱਲ ਕਰ ਰਿਹਾ ਸੀ, ਉਹਨਾਂ ਨੇ ਕਿਹਾ ਯੈਸ ਜਾਂ ਨੋ, ਇਸ ਤੋਂ ਘੱਟ ਵੱਧ ਕੁਝ ਨਹੀਂ ਹੈ। ਤਾਂ ਇਹ ਗੱਲ ਤਾਂ ਮੈਨੂੰ ਲੱਗਦਾ ਜੇ ਤੁਸੀਂ 3 ਸਾਲ ਦੇ ਜਵਾਕ ਨੂੰ ਵੀ ਸਮਝਾ ਦਿਓਗੇ ਉਹ ਵੀ ਸਮਝ ਜੂਗਾ। ਸਰਕਾਰਾਂ ਕਿਉਂ ਨਹੀਂ ਸਮਝ ਰਹੀਆਂ ਇਹ ਸਾਨੂੰ ਕਲੀਅਰ ਹੈ, ਸਾਨੂੰ ਕੋਈ ਇਹ ਵੀ ਗੱਲ ਐਕਸਪਲੇਨ ਕਰਨ ਦੀ ਲੋੜ ਨਹੀਂ। ਸੋ ਬਹੁਤ ਵਧੀਆ ਹੋ ਤੁਸੀਂ, ਇੱਕ ਵਾਰ ਕੈਮਰਾ ਘੁਮਾ ਕੇ ਦਿਖਾ ਦਿਓ। ਫਿਰ ਰਾਤ ਦੇ 10:30 11 ਵੱਜ ਚੁੱਕੇ ਨੇ ਤੇ ਸਿਮਰਨਜੋਤ ਸਿੰਘ ਮੱਕੜ ਜੀ ਦੇ ਕਿੰਨੇ ਫੈਨਸ ਨੇ, ਤੇ ਮੇਰੀ ਗੁੱਡ ਲੱਕ ਹੈ। ਮੈਂ ਤੁਹਾਨੂੰ ਦੱਸਦਾ, ਪੱਤਰਕਾਰ ਦੇ ਕੋਈ ਫੈਨ ਨਹੀਂ ਹੋਣੇ ਚਾਹੀਦੇ। ਦੇਖੋ ਜਿਹੜਾ ਬੰਦਾ ਕੰਮ ਕਰ ਰਿਹਾ ਹੈ ਨਾ, ਖਾਸ ਤੌਰ ਤੇ ਮੈਂ ਸਾਰਿਆਂ ਨੂੰ ਕਹਿੰਦਾ ਜਰਨਲਿਸਟ ਨੂੰ ਤੁਸੀਂ ਇਦਾਂ ਨਾ ਬਣਾ ਦਿਓ, ਸੈਲੀਬ੍ਰਿਟੀ ਟਾਈਪ ਨਹੀਂ ਹੋਣਾ ਚਾਹੀਦਾ। ਜੋ ਹੋਣ ਲੱਗ ਗਿਆ ਕਿ ਉਹ ਆਪਦੀ ਜ਼ਿੰਮੇਵਾਰੀਆਂ ਤੋਂ ਭੱਜੇ, ਇਹ ਬਹੁਤ ਹੋਣ ਲੱਗ ਗਿਆ। ਜਦੋਂ ਤੱਕ ਉਹ ਗਰਾਊਂਡਡ ਰਹੂਗਾ, ਜਦੋਂ ਤੱਕ ਉਹ ਮਹਿਸੂਸ ਕਰਦਾ ਰਹੂਗਾ ਕਿ ਮੇਰੇ ਕ੍ਰਿਟਿਕ ਨੇ, ਗਲਤ ਕੰਮ ਕਰੋਗੇ ਤਾਂ ਅੱਗੋਂ ਤੁਹਾਨੂੰ ਜਵਾਬ ਮਿਲਣਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਜੋ ਜਿਸਨੇ ਕਹਿਤਾ ਉਹਦੀ ਐਕਸੈਪਟੇਬਿਲਟੀ ਆ ਜੇ। ਆਗੂਆਂ 'ਚ ਇਹੀ ਹੁੰਦਾ ਰਿਹਾ ਨਾ ਹੁਣ ਤੱਕ, ਸਿਆਸਤਦਾਨਾਂ ਨੇ ਜੋ ਕਹਿਣਾ ਸ਼ੁਰੂ ਕੀਤਾ ਲੋਕ ਉਹ ਫੋਲੋ ਕਰਦੇ ਗਏ, ਤਾਂ ਸਾਰਾ ਢਾਂਚਾ ਵਿਗੜ ਗਿਆ। ਸਭ ਤੋਂ ਪੋਜ਼ਿਟਿਵ ਗੱਲ ਇਹ ਹੈ ਕਿ ਜੇ ਚੰਗਾ ਕੰਮ ਕਰੋਗੇ ਲੋਕ ਪਿਆਰ ਵੀ ਦੇਣਗੇ। ਇਹ ਸੰਘਰਸ਼ ਨਹੀਂ ਦੱਸਿਆ, ਦੱਸਿਆ ਨਾ, ਪਰ ਜੇ ਤੁਸੀਂ ਚੰਗਾ ਨਹੀਂ ਕਰੋਗੇ ਤਾਂ ਜਿਹੜਾ ਨੈਸ਼ਨਲ ਮੀਡੀਆ ਨੈਰੇਟਿਵ ਸੈੱਟ ਕਰਦਾ ਸੀ ਇਸ ਸੰਘਰਸ਼ 'ਚ, ਦੱਸੋ ਨੈਰੇਟਿਵ ਬਣਾ ਸਕਿਆ? ਉਹ ਬਿਲਕੁਲ ਨਹੀਂ ਬਣਾ ਸਕਿਆ। ਤਾਂ ਇਹਨਾਂ ਲੋਕਾਂ ਨੇ ਦਿਖਾਤਾ ਕਿ ਜੇ ਚੰਗਾ ਕਰੋਗੇ ਤਾਂ ਸਤਿਕਾਰ ਮਿਲੂਗਾ, ਨਹੀਂ ਕਰੋਗੇ ਤਾਂ ਜਵਾਬ ਵੀ ਮਿਲੂਗਾ। ਸੋ ਇਹ ਸਾਰੇ ਦੇਖੋ, ਤੁਸੀਂ ਜਿਹੜੇ ਬਜ਼ੁਰਗ ਨੇ, ਭਰਾ ਨੇ ਸਾਰੇ, ਉਹ ਤੁਹਾਨੂੰ ਸੇਧ ਦਿੰਦੇ ਆ, ਚੰਗਾ ਕੰਮ ਕਰਨ ਲਈ ਪ੍ਰੇਰਿਤ ਕਰਦੇ ਆ। ਔਰ ਤੁਹਾਨੂੰ ਵੀ ਮੁਬਾਰਕਬਾਦ ਕਿ ਤੁਸੀਂ ਇੱਥੇ ਆਏ ਹੋ। ਹਰ ਇੱਕ ਉਸ ਦਾ ਯੋਗਦਾਨ ਹੈ ਬੰਦੇ ਦਾ। ਮੈਂ ਇਹ ਵੀ ਕਹਿੰਦਾ ਹੁੰਦਾ ਕੋਈ ਛੋਟਾ ਤੇ ਵੱਡਾ ਨਹੀਂ ਹੁੰਦਾ, ਚਾਹੇ ਉਹ ਮੀਡੀਆ ਹੋਵੇ ਚਾਹੇ ਕੋਈ ਹੋਰ ਹੋਵੇ, ਸਭ ਦਾ ਇਕੁਅਲ ਕੰਟਰੀਬਿਊਸ਼ਨ ਹੈ। ਕੱਲੇ ਬੰਦੇ ਦੀ ਆਵਾਜ਼ ਜਿਹੜੀ ਪਹੁੰਚ ਰਹੀ ਹੈ ਵਿਦੇਸ਼ਾਂ ਤੱਕ ਹੋਵੇ, ਸਰਕਾਰਾਂ ਤੱਕ ਹੋਵੇ। ਕਿੰਨੀ ਅੱਜ ਜਿਹੜਾ ਕਿਸਾਨ ਮੋਰਚੇ ਦਾ ਪੇਜ ਬਣਾਇਆ ਸੀ ਉਹ ਅਨਪਬਲਿਸ਼ ਹੋਇਆ ਹੈ ਨਾ, ਇਹ ਸ਼ਾਇਦ ਉਹ ਹਾਲੇ ਘੋਖ ਕਰ ਰਹੀਆਂ ਜਥੇਬੰਦੀਆਂ ਵੀ ਕਿਤੇ ਉਹ ਸਰਕਾਰ ਨੇ ਤਾਂ ਨਹੀਂ ਕਰਾਤਾ। ਕਿੰਨਾ ਡਰ ਤੇ ਖੌਫ ਹੋ ਗਿਆ ਨਾ। ਤੁਸੀਂ ਦੇਖੋ ਅੰਗਰੇਜ਼ ਵੀ, ਇੱਕ ਗੱਲ ਬਹੁਤ ਸੋਹਣੀ ਅਜਮੇਰ ਸਿੰਘ ਜੀ ਨੇ ਕਹੀ ਸੀ ਕਿ ਮੈਂ ਇੰਟਰਵਿਊ ਕੀਤਾ ਸਿੱਖ ਵਿਦਵਾਨ ਨੇ, ਉਹਨਾਂ ਨੇ ਕਿਹਾ ਕਿ ਜਿਹੜੇ 18ਵੀਂ ਤੇ 19ਵੀਂ ਸਦੀ ਦਾ ਸ਼ਾਸਕ ਸੀ ਨਾ, ਉਹਦੇ 'ਚ ਦਰਿੰਦਗੀ ਸੀ ਬਹੁਤ ਜ਼ਿਆਦਾ, ਪਰ ਉਹ ਸਾਹਮਣੇ ਲਿਆ ਕੇ ਮਾਰਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਸ਼ਹੀਦ ਕੀਤਾ ਗਿਆ ਨਾ, ਸ਼ਰੇਆਮ ਉਹਨਾਂ ਨੇ ਚੌਂਕ 'ਚ ਲਿਆ ਕੇ ਸ਼ਹਾਦਤ ਦਿੱਤੀ ਸੀ। ਬਾਬਾ ਜੀ ਦੇ ਛੋਟੇ ਬੱਚੇ ਨੂੰ ਜਦੋਂ ਉਹਨਾਂ ਨੇ ਮਾਰਿਆ ਤਾਂ ਸ਼ਰੇਆਮ ਕਹਿ ਕੇ ਮਾਰਿਆ ਵੀ ਅਸੀਂ ਮਾਰ ਰਹੇ ਹਾਂ। ਦਰਿੰਦਗੀ ਬਹੁਤ ਸੀ।
ਪਰ ਕਹਿੰਦੇ ਉਹ ਅਜਮੇਰ ਸਿੰਘ ਜੀ ਕਹਿੰਦੇ ਜਿਹੜਾ ਹੁਣ ਦਾ ਸਿਆਸਕ ਹੈ ਨਾ ਉਹਦੇ 'ਚ ਦਰਿੰਦਗੀ ਵੀ ਹੈ ਤੇ ਉਹਦੇ 'ਚ ਕਪਟ ਵੀ ਹੈ। ਹਾਂਜੀ ਉਹ ਮਾਰ ਕੇ ਲਾਸ਼ਾਂ ਲੁਕਾ ਦਿੰਦਾ ਹੈ। ਉਹ ਸ਼ਰੇਆਮ ਚੌਂਕ 'ਚ ਤੁਹਾਨੂੰ ਦੱਸਦਾ ਨਹੀਂ ਵੀ ਮੈਂ ਮਾਰ ਰਿਹਾ, ਉਹ ਮਾਰਦਾ ਵੀ ਹੈ ਤੇ ਉਹ ਲੁਕੋ ਵੀ ਦਿੰਦਾ ਤੇ ਉਹ ਸੱਚਾ ਵੀ ਬਣਦਾ। ਤਾਂ ਇਹ ਕਿੱਡੀ ਵੱਡੀ ਗੱਲ ਕਹੀ ਉਹਨਾਂ ਨੇ, ਹਨਾ। ਤਾਂ ਸਾਨੂੰ ਇਸ ਕਰਕੇ ਸਮਝਣਾ ਪਊਗਾ। ਮੈਂ ਬਹੁਤ ਤੁਹਾਡਾ ਟਾਈਮ ਲਿਆ, ਇੱਕ ਲਾਸਟ ਕੁਐਸਚਨ ਪੁੱਛਾਂਗੀ। ਤੁਸੀਂ ਸਾਡੇ ਤੋਂ ਬਹੁਤ ਸੀਨੀਅਰ ਹੋ, ਹੈ ਨਾ, ਤੇ ਮੈਂ ਮਤਲਬ ਮੈਂ ਵੈਸੇ ਰਿਪੋਰਟਰ ਨਹੀਂ ਹਾਂ, ਉਸ ਤਾਂ ਇੱਕ ਸੇਵਾ ਕਰਨ ਆਏ ਹਾਂ ਇੱਥੇ। ਸੋ ਸਰ ਮੈਂ ਜੋ ਮਤਲਬ ਮਹਿਸੂਸ ਕਰਦੀ ਹਾਂ ਚੀਜ਼ਾਂ ਨੂੰ, ਮੈਨੂੰ ਤਾਂ ਐਂ ਲੱਗਦਾ ਵੀ ਬਲਦੀ ਅੱਗ ਸਾਰੇ ਹੀ ਸੇਕਣ ਆ ਰਹੇ ਨੇ। ਸੈਲੀਬ੍ਰਿਟੀਜ਼ ਆ ਰਹੇ ਨੇ 1 or 2 ਡੇਜ਼ ਦੇ ਲਈ। ਮੈਨੂੰ ਲੱਗਦਾ ਕਿ ਲੋਕ ਫੇਮ ਪਾਉਣ ਲਈ ਆ ਰਹੇ ਨੇ। ਜੇ ਕੋਈ ਭੁੱਖ ਹੜਤਾਲ ਤੇ ਬੈਠਾ ਤਾਂ ਸ਼ਾਇਦ ਉਹਨੇ ਅੱਗੇ ਜਾ ਕੇ MLA ਦੀ ਇਲੈਕਸ਼ਨ ਲੜਨੇ ਨੇ, ਹੈ ਨਾ। ਜੇ ਮਤਲਬ ਬਹੁਤ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਅੰਦਰੋਂ ਹਰ ਕੋਈ ਚਾਹੁੰਦਾ ਹੈ ਕਿ ਬਾਅਦ ਚੋਂ ਮੈਂ ਜਾ ਕੇ ਮਤਲਬ ਕੁਛ ਨਾ ਕੁਛ ਬਣਨਾ ਹੈ। ਆਪਣਾ ਪਹਿਲਾਂ ਸੋਚ ਕੇ ਬੈਠੇ ਨੇ ਕਿ ਬਾਅਦ ਵਿੱਚ ਅਸੀਂ ਕਹੋਗੇ ਅਸਤਾ ਜੀ ਤੁਹਾਡੇ ਕਰਕੇ ਭੁੱਖ ਹੜਤਾਲ ਤੇ ਬੈਠੇ ਤੇ, ਅਸਤਾ ਜੀ ਤੁਹਾਡੇ ਕਰਕੇ ਆ ਪੋਸਟਰ ਲੈ ਕੇ ਖੜੇ ਰਹੇ ਚੌਂਕਾਂ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਡੇ ਤੇ ਵੀ ਲਾਗੂ ਹੁੰਦਾ। ਹਾਂਜੀ ਤੁਹਾਡੇ ਤੇ ਮੇਰੇ ਤੇ ਵੀ ਲਾਗੂ ਹੁੰਦਾ। ਅਸੀਂ ਤਾਂ ਆਵਾਜ਼ ਪਹੁੰਚਾ ਰਹੇ ਹਾਂ ਜੀ ਲੋਕਾਂ ਤੱਕ। ਇਹ ਤਾਂ ਤੁਸੀਂ ਸੋਚਦੇ ਹੋ ਨਾ, ਤੁਹਾਡਾ ਨਜ਼ਰੀਆ ਹੈ। ਫਿਰ ਇਹ ਤਾਂ ਮੇਰੇ ਤੇ ਤੁਹਾਡੇ ਤੇ ਵੀ ਲਾਗੂ ਹੋ ਗਿਆ ਵੀ ਇਹ ਮਸ਼ਹੂਰ ਹੋਣ ਵਾਸਤੇ ਆਏ ਆ। ਇਸ ਤਰ੍ਹਾਂ ਨਹੀਂ ਹੈ। ਮੈਂ ਦੇਖੋ ਆ ਤੁਹਾਡਾ ਆਪਣਾ ਓਪੀਨੀਅਨ ਹੈ, ਮੇਰਾ ਓਪੀਨੀਅਨ ਇਹ ਹੈ ਕਿ ਸਾਨੂੰ ਜੇ ਅਸੀਂ ਨੈਗੇਟਿਵਿਟੀ ਕੱਢਣੀ ਹੈ ਨਾ ਸੰਘਰਸ਼ ਚੋਂ, ਬਹੁਤ ਨੈਗੇਟਿਵਿਟੀ ਨਿਕਲ ਜੂਗੀ। ਹਰ ਚੀਜ਼ 'ਚ ਹੈ ਜੀ ਨੈਗੇਟਿਵਿਟੀ ਪੋਜ਼ਿਟਿਵਿਟੀ ਹਰ ਚੀਜ਼ 'ਚ। ਪਹਿਲਾਂ ਵੀ ਕਹਿ ਕੇ ਪੋਜ਼ਿਟਿਵ ਹੋ ਜਾਓ। ਜੇ ਕੋਈ ਇੱਕ ਦਿਨ ਵਾਸਤੇ ਵੀ ਆਇਆ ਤਾਂ ਉਹਦਾ ਬਹੁਤ ਧੰਨਵਾਦ ਹੈ, ਉਹਨੂੰ ਸਲਾਮ ਹੈ। ਅੱਧੇ ਮਿੰਟ ਵਾਸਤੇ ਵੀ ਗੇੜਾ ਲਾ ਗਿਆ, ਉਹਨੂੰ ਕਿਹਾ ਬਹੁਤ ਧੰਨਵਾਦ ਹੈ, ਤੂੰ ਬਾਕੀ ਕੰਮ ਵੀ ਕਰ ਲੈ, ਤੇਰੀ ਅੱਧੇ ਮਿੰਟ ਦੀ ਹਾਜ਼ਰੀ ਕਬੂਲ ਹੈ। ਪਰ ਮੈਨੂੰ ਇਹ ਦੱਸੋ 1 ਸੈਕਿੰਡ ਵੀ ਤੁਹਾਨੂੰ ਰਸ਼ ਘਟਦਾ ਦਿਸਿਆ ਕਿਤੇ? ਮੈਂ ਇੰਨੇ ਦਿਨ, ਮੈਂ 25 ਤਰੀਕ ਦਾ ਇੱਥੇ ਆ, ਮੈਨੂੰ ਤਾਂ ਲੱਗਦਾ ਵਧੀ ਹੈ ਸੰਗਤ, ਘਟੀ ਨਹੀਂ। ਪਹਿਲਾਂ ਇੱਥੇ ਅਸੀਂ ਟਰਾਲੀ ਲਾਉਂਦੇ ਸੀ ਰਾਤ ਨੂੰ, ਉਹ ਟਰਾਲੀਆਂ ਲੈ ਜਾਂਦੇ ਸੀਗੇ। ਉਦੋਂ ਬਾਅਦ ਆ ਟੈਂਟ ਵੱਡਾ ਆ ਗਿਆ, ਫਿਰ ਹੋਰ ਵੱਡਾ ਹੋ ਗਿਆ, ਹੁਣ ਇਹ ਵਾਟਰਪ੍ਰੂਫ ਹੋ ਗਿਆ, ਫਿਰ ਆ ਬੈਰੀਗੇਟ ਲੱਗ ਗਏ। ਮੈਨੂੰ ਲੱਗਦਾ ਹੋਰ ਦਿਨਾਂ ਤਾਈਂ ਬੁਲਾ ਕੇ ਮਿਸਤਰੀ ਤੇ ਇੱਥੇ ਨੀਆਂ ਆਪਾਂ ਪੱਟ ਕੇ ਮੈਨੂੰ ਲੱਗਦਾ ਪਲਾਟ ਹੌਲੀ ਹੌਲੀ ਦੇ ਦੇਾਂਗੇ ਸਾਰਿਆਂ ਨੂੰ। ਤਾਂ ਪੋਜ਼ਿਟਿਵਿਟੀ ਹੈ ਨਾ ਇਹ। ਓਕੇ ਤੁਸੀਂ ਨੈਗੇਟਿਵ ਨਾ ਹੋ, ਚਾਹੇ ਉਹ ਕੋਈ ਗਾਇਕ ਹੈ, ਚਾਹੇ ਜੇ ਤੁਹਾਨੂੰ ਕੋਈ ਲੱਗਦਾ ਕੋਈ ਕੱਲ ਨੂੰ ਸਿਆਸਤ ਚ ਆਊਗਾ, ਯਾਰ ਸਿਆਸਤ ਵੀ ਤਾਂ ਬਦਲਣੀ ਹੈ ਨਾ। ਚੰਗੇ ਲੋਕ ਲੱਭਾਂਗੇ। ਸਿਆਸਤ ਮਾੜੀ ਚੀਜ਼ ਨਹੀਂ ਹੈ, ਸਿਆਸਤ ਮਾੜੀ ਕਰ ਦਿੱਤੀ ਗਈ। ਅਸੀਂ ਉਹਨਾਂ ਨੂੰ ਥੋੜੀ ਰੱਖਾਂਗੇ ਜਿਹੜੇ ਹੈਗੇ ਆ ਪਹਿਲਾਂ। ਤਾਂ ਨਵੇਂ ਮੁੰਡੇ ਇਹਨਾਂ ਚੋਂ ਹੀ ਹੋ ਸਕਦਾ, ਜਿਹੜੇ ਆ ਲੋਕ ਖੜੇ ਨੇ ਇਹਨਾਂ ਚੋਂ ਕੋਈ ਅੱਗੇ ਆਊਗਾ ਤੇ ਅਸੀਂ ਇਹਨੂੰ ਮੂਹਰੇ ਲਾਵਾਂਗੇ ਵੀ ਆ ਯਾਰ ਤੂੰ ਸਾਡਾ ਲੀਡਰ ਬਣ, ਤੂੰ ਸਾਡੇ ਲਈ ਕੰਮ ਕਰ। ਲੱਭਣੇ ਤਾਂ ਵਿੱਚੋਂ ਕੱਢਣੇ ਤਾਂ ਇੱਥੋਂ ਹੀ ਪੈਣਗੇ ਨਾ। ਸੋ ਜੇ ਕੋਈ ਭੁੱਖ ਹੜਤਾਲ ਕਰ ਰਿਹਾ ਜਾਂ ਕੋਈ ਇੱਕ ਦਿਨ ਵਾਸਤੇ ਵੀ ਆਇਆ ਤਾਂ ਉਹਦਾ ਵੀ ਧੰਨਵਾਦ ਹੈ। ਪੋਜ਼ਿਟਿਵ ਰਹੋ ਤੁਸੀਂ। ਓਕੇ ਸੋ ਇੱਕ ਲਾਸਟ ਗੱਲ ਕਹਿ ਦਿਓ, ਕਿਸਾਨਾਂ ਦੇ ਹੌਸਲੇ ਵਧਾਉਣ ਵਾਸਤੇ ਇੱਕ ਗੱਲ ਕਹਿ ਦਿਓ ਬਸ। ਕਿਸਾਨਾਂ ਦਾ ਹੌਸਲਾ ਵਧਾਉਣ ਵਾਸਤੇ ਇੱਕ ਗੱਲ ਕਹਿ ਦਿਓ। ਹਾਂਜੀ ਕੋਈ ਵੀ ਗੱਲ ਕਹਿ ਦਿਓ ਜਿਹਨਾਂ ਕਿਸਾਨਾਂ ਦਾ ਹੌਸਲਾ ਵੱਧ ਜਾਵੇ। ਨਹੀਂ ਮੈਂ ਕਹਿੰਦਾ ਕਿ ਪੋਹ ਦੇ ਉਹ ਦਿਨ ਨੇ, ਹੌਸਲਾ ਤਾਂ ਦਸਮ ਪਿਤਾ ਤੋਂ ਮਿਲਦਾ ਹੈ ਔਰ ਮੈਨੂੰ ਲੱਗਦਾ ਉਹਨਾਂ ਨੇ ਵੀ ਜਾਣਾ ਹੈ। ਸੋ ਬਹੁਤ ਧੰਨਵਾਦ ਸਾਰਿਆਂ ਦਾ ਜੀ। ਥੈਂਕ ਯੂ ਸੋ ਮਚ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਸਵਾਮੀ ਸ਼ੁਕਰਾਚਾਰਿਆ, ਮਾਂ ਕਾਲੀ ਉਪਾਸਕ, ਤਾਂਤਰਿਕ ਵਿਧੀ ਨਾਲ ਪਾਓ 100% ਗਾਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ 'ਚ ਝਗੜਾ, ਪ੍ਰੇਮ ਵਿਆਜ ਰੁਕਾਵਟ, ਸੌਦਨ ਦੁਸ਼ਮਣ ਦਾ ਖਾਤਮਾ, ਵਿਦੇਸ਼ 'ਚ ਪੱਕਾ ਹੋਣਾ, ਕੀਤਾ ਕਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ। ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 98 729 01431।